ਮੈਨੂੰ ਹਜੇ ਤੱਕ ਵੀ ਮੈਂ ਪੂਰਾ ਉਮੀਦ ਹਾਂ ਕਿ ਟਿਕਟ ਜਿਹੜੀ ਆ ਸ਼੍ਰੀ ਮੁਕਤਸਰ ਸਾਹਿਬ ਹਲਕੇ ਦੀ ਉਹ ਹਾਈ ਕਮਾਂਡ ਮੇਰੇ ਕੰਮਾਂ ਕਾਰਾਂ ਨੂੰ ਵੇਖਦੇ ਹੋਏ, ਮੇਰੇ ਪਰਿਵਾਰਕ ਪਿਛੋਕੜ ਨੂੰ ਵੇਖਦੇ ਹੋਏ ਟਿਕਟ ਮੈਨੂੰ ਹੀ ਦੇਣਗੇ। ਮੈਂ ਜਦੋਂ ਸੱਚੀ ਗੱਲ ਕਰਦਾ ਤਾਂ ਮਾफ़ ਕਰਨਾ ਸੀਨੀਅਰ ਲੀਡਰਸ਼ਿਪ ਨੂੰ ਇਹ ਲੱਗਦਾ ਕਿ ਆਪਦੀ ਸਰਕਾਰ ਦੇ ਉਲਟ ਬੋਲਦਾ। ਹੁਣ ਤੁਸੀਂ ਮੈਥੋਂ ਪੁੱਛਿਆ ਕਿ ਹਲਕੇ ਦਾ ਵਿਕਾਸ ਕਿਵੇਂ ਆ, ਮੈਂ ਝੂਠ ਮਾਰੀ ਜਾਵਾਂ ਵੀ ਇੱਥੇ ਤਾਂ ਕਰੋੜਾਂ ਰੁਪਇਆ ਆਇਆ। ਜਿਹੜਾ ਕਰੋੜਾਂ ਰੁਪਇਆ ਆਇਆ ਸੀ ਪਿਛਲੇ ਦਿਨਾਂ 'ਚ ਉਹ ਵੀ ਸਾਡੀ ਕਾਂਗਰਸ ਦੇ ਕਈ ਲੀਡਰਾਂ ਦੀ ਆਪਸ ਵਿੱਚ ਜਿਹੜੀ ਖਿੱਚੋਤਾਣ ਸੀ ਉਹਦੇ ਕਰਕੇ ਵਾਪਸ ਹੋ ਗਿਆ। ਕਿੰਨਾ ਵਿਕਾਸ ਹੋਣਾ ਸੀ ਤੁਸੀਂ ਦੱਸੋ ਇਸ ਪਵਿੱਤਰ ਨਗਰੀ ਦਾ। ਅੱਜ ਇਹ ਪੰਜਾਬ ਦੀ ਕਿਸਾਨੀ ਦੀ ਤਰਾਸਦੀ ਆ ਕਿ ਫਰੀਦਕੋਟ ਸ਼ੂਗਰ ਮਿਲ ਬੰਦ ਪਈ ਆ। 100 ਦੇ ਕਰੀਬ ਏਕੜ ਉਹ ਜਗ੍ਹਾ ਸੀ, ਪਰ ਬੜੀ ਪ੍ਰਾਈਮ ਜਗ੍ਹਾ 'ਤੇ ਸੀ ਔਰ ਬੜੀ ਵੱਡੀ ਮਿਲ ਸੀ, ਉਹ ਖਤਮ ਕਰਤੀ, ਸਾਰੀ ਮਸ਼ੀਨਰੀ ਡੈੱਡ ਹੋ ਗਈ। ਸ਼ੇਰੋਂ ਸ਼ੂਗਰ ਮਿਲ ਬੰਦ ਪਈ ਆ, ਜਗਰਾਓਂ ਤੇ ਜੀਰਾ ਸ਼ੂਗਰ ਮਿਲ ਬੰਦ ਪਈ ਆ। ਕਿਸਾਨੀ ਨੂੰ ਉੱਤੇ ਚੁੱਕਣ ਲਈ ਮੈਂ ਸ਼ੂਗਰ ਮਿਲਾਂ ਚਲਾਉਣ ਲਈ ਜਿਹੜੀ ਵੀ ਸਰਕਾਰ ਹੋਈ ਝੋਲੀ ਅੱਡ ਕੇ ਉਸ ਕੋਲੇ ਜਾਊਂਗਾ ਕਿ ਸ਼ੂਗਰ ਮਿਲਾਂ ਨੂੰ ਜ਼ਰੂਰ ਚਲਾਇਆ ਜਾਵੇ ਜੇ ਕਿਸਾਨੀ ਨੂੰ ਉੱਪਰ ਲੈ ਕੇ ਆਉਣਾ ਹੈ ਤਾਂ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਲਕਰਨ ਖਰਾ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਇਸ ਟਾਈਮ ਮੌਜੂਦ ਹਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ, ਜਿੱਥੇ ਕਿ ਕਾਂਗਰਸ ਪਾਰਟੀ ਦੇ ਦਾਅਵੇਦਾਰ ਬਹੁਤ ਜ਼ਿਆਦਾ ਹਨ ਅਤੇ ਕਰੀਬ 7 ਤੋਂ 8 ਦਾਅਵੇਦਾਰ ਟਿਕਟ ਲੈਣ ਦੀ ਹੋੜ ਦੇ ਵਿੱਚ ਲੱਗੇ ਹੋਏ ਹਨ। ਇਸ ਸਮੇਂ ਸਾਡੇ ਨਾਲ ਜਗਜੀਤ ਸਿੰਘ ਹਣੀ ਫੱਤਣਵਾਲਾ ਜੀ ਹਾਜ਼ਰ ਹਨ। ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਅਜੀਤ ਵੈਬ ਟੀਵੀ ਦੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ, ਤੁਹਾਨੂੰ ਤੇ ਅਜੀਤ ਵੈਬ ਟੀਵੀ ਦੇ ਪ੍ਰੋਪਰਾਈਟਰ ਸਰਦਾਰ ਬਰਜਿੰਦਰ ਸਿੰਘ ਹਮਦਰਦ ਔਰ ਤੁਹਾਡੇ ਸਮੁੱਚੇ ਸਟਾਫ ਨੂੰ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਨਿਮਾਣੇ ਦੇ ਘਰ ਆ ਕੇ ਮੇਰਾ ਮਾਣ ਵਧਾਇਆ ਔਰ ਮੇਰੀ ਇੰਟਰਵਿਊ ਕਰਨ ਲਈ ਆਏ ਹੋ। ਬਹੁਤ ਬਹੁਤ ਧੰਨਵਾਦ ਜੀ। ਬਰਾੜ ਸਾਹਿਬ, ਜੇਕਰ ਗੱਲ ਕੀਤੀ ਜਾਵੇ, ਤੁਸੀਂ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਹੋ ਅਤੇ ਪਰ ਪਾਰਟੀ ਵੱਲੋਂ ਤੁਹਾਨੂੰ ਅਣਦੇਖਿਆ ਕੀਤਾ ਜਾ ਰਿਹਾ, ਕੀ ਕਹਿਣਾ? ਦੇਖੋ ਜੀ, ਇਹ ਤਾਂ ਤੁਸੀਂ ਜ਼ਿਆਦਾ ਚੈਨਲ ਵਾਲੇ ਲੋਕਾਂ ਦੇ ਵਿੱਚ ਵਿਚਰਦੇ ਹੋ ਔਰ ਤੁਸੀਂ ਲੋਕਾਂ ਦੀ ਜੋ ਅੰਦਰੂਨੀ ਮੇਰੇ ਪ੍ਰਤੀ ਭਾਵਨਾਵਾਂ ਉਹ ਤੁਹਾਡੇ ਮੂੰਹੋਂ ਨਿਕਲੀਆਂ ਕਿ ਲੋਕਾਂ ਦੇ ਵਿੱਚ ਬਹੁਤ ਵਿਚਰਦੇ ਹੋ ਔਰ ਮੈਨੂੰ ਹਜੇ ਤੱਕ ਵੀ ਮੈਂ ਪੂਰਾ ਉਮੀਦ ਹਾਂ ਕਿ ਟਿਕਟ ਜਿਹੜੀ ਆ ਸ਼੍ਰੀ ਮੁਕਤਸਰ ਸਾਹਿਬ ਹਲਕੇ ਦੀ ਉਹ ਹਾਈ ਕਮਾਂਡ ਮੇਰੇ ਕੰਮਾਂ ਕਾਰਾਂ ਨੂੰ ਵੇਖਦੇ ਹੋਏ, ਮੇਰੇ ਪਰਿਵਾਰਕ ਪਿਛੋਕੜ ਨੂੰ ਵੇਖਦੇ ਹੋਏ ਟਿਕਟ ਮੈਨੂੰ ਹੀ ਦੇਣਗੇ। ਜੇਕਰ ਗੱਲ ਕੀਤੀ ਜਾਵੇ, ਜੇਕਰ ਤੁਹਾਨੂੰ ਟਿਕਟ ਮਿਲਦੀ ਹੈ ਜੀ ਮੁਕਤਸਰ ਸਾਹਿਬ ਤੋਂ, ਤੁਸੀਂ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਿਹੜੇ ਕਿਹੜੇ ਕੰਮ ਕਰੋਗੇ? ਦੇਖੋ ਜੀ, ਬੇਸ਼ੱਕ ਸ਼੍ਰੀ ਮੁਕਤਸਰ ਸਾਹਿਬ ਹਲਕੇ ਨੂੰ ਬੜੇ ਵਾਰੀ ਇਸ ਜ਼ਿਲ੍ਹੇ ਨੂੰ ਮੁੱਖ ਮੰਤਰੀ ਨਸੀਬ ਹੋਇਆ, ਲੇਕਿਨ ਜੋ ਵਿਕਾਸ ਪੰਜਾਬ ਦੇ ਦੂਸਰੇ ਸ਼ਹਿਰਾਂ ਦਾ ਹੋਇਆ ਉਹ ਇਸ ਪਵਿੱਤਰ ਨਗਰੀ ਦਾ ਵਿਕਾਸ ਨਹੀਂ ਹੋਇਆ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਵਿਕਾਸ ਪੱਖੋਂ ਸਾਡੀ ਸਰਕਾਰ ਦੇ ਵਿੱਚ ਵੀ ਇਹ ਹਲਕਾ ਬਹੁਤ ਪਛੜਿਆ ਰਿਹਾ ਔਰ ਅੱਜ ਵੀ ਥੋੜ੍ਹੀ ਬਾਰਿਸ਼ ਪਈ ਹੈ ਪਿਛਲੇ ਦਿਨਾਂ ਦੇ ਵਿੱਚ ਔਰ ਹਜੇ ਤਾਈਂ ਹਰ ਗਲੀ ਮੁਹੱਲੇ ਦੇ ਵਿੱਚ ਗੰਦਾ ਪਾਣੀ ਖੜਾ। ਸੀਵਰੇਜ ਸਮੱਸਿਆ ਦਾ ਬਹੁਤ ਬੁਰਾ ਹਾਲ ਆ, ਮੈਂ ਉਹਨੂੰ ਹੱਲ ਕਰਵਾਊਂਗਾ। ਪੀਣ ਵਾਲਾ ਪਾਣੀ ਜਿਹੜਾ ਉਹ ਸਾਫ਼ ਮੁਹੱਈਆ ਕਰਵਾਇਆ ਜਾਏਗਾ। ਕਈ ਸਾਲਾਂ ਤੋਂ ਜਿਹੜਾ ਰੇਲਵੇ ਫਲਾਈਓਵਰ ਜਿਹੜਾ ਲਟਕਿਆ ਹੋਇਆ ਉਹ ਕਰਵਾਊਂਗਾ ਔਰ ਖ਼ਾਸ ਕਰਕੇ ਕਿਸਾਨੀ ਦੇ ਲਈ ਇੱਕ ਮੇਰੇ ਦਿਲ ਦੇ ਵਿੱਚ ਚੀਜ਼ ਆ ਕਿ ਜਿਹੜੀ ਕਿਸਾਨੀ ਆ, ਸਾਡਾ ਪੰਜਾਬ ਦਾ ਕਿਸਾਨ ਬਹੁਤ ਕਰਜ਼ਾਈ ਹੋ ਗਿਆ। 2 ਫਸਲਾਂ ਝੋਨਾ ਅਤੇ ਕਣਕ, ਉਹਦੇ ਵਿੱਚੋਂ ਅਸੀਂ ਨਿਕਲ ਨਹੀਂ ਪਾ ਰਹੇ। ਮੈਂ ਖੁਦ ਵੀ ਕਿਸਾਨ ਹਾਂ। ਉਹਦੀ ਵਜ੍ਹਾ ਹੈ ਕਿ MSP ਆ ਉਹਦੇ 'ਤੇ ਮਿਲਦੀ। ਸਾਨੂੰ ਪਤਾ ਹੈ ਕਿ ਉਹ 60-65 ਹਜ਼ਾਰ ਦਾ ਸਾਨੂੰ ਫਸਲ ਆ ਜਾਣੀ ਸਾਲ ਦੀ ਖਰਚਾ ਕੱਢ ਕੇ। ਪਿਛਲੇ 10 ਸਾਲ ਪਹਿਲਾਂ ਗੰਨੇ ਦੀ ਫਸਲ ਬੜੀ ਵਧੀਆ ਹੋਣ ਲੱਗ ਗਈ ਸੀ ਔਰ ਗੰਨੇ ਦੀ ਫਸਲ ਦਾ ਇੰਨਾ ਕੁ ਫਾਇਦਾ ਸੀ ਕਿਸਾਨ ਨੂੰ। ਇੱਕ ਤਾਂ ਮੀਂਹ ਆਵੇ, ਹਨੇਰੀ ਆਵੇ, ਬਾਰਿਸ਼ ਘੱਟ ਪਵੇ, ਗੰਨੇ ਦੀ ਫਸਲ ਬੜੀ ਵਧੀਆ ਹੁੰਦੀ ਸੀ। ਲੇਕਿਨ ਜਦੋਂ ਤੋਂ ਸਰਕਾਰਾਂ ਦੀ ਮਾੜੀ ਨੀਅਤ ਨਾਲ ਨਾ ਤਾਂ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਮਿਲੀ, ਨਾ ਕਿਸਾਨਾਂ ਨੂੰ ਪੂਰਾ ਗੰਨੇ ਦਾ ਭਾਅ ਮਿਲਿਆ, ਹੋਇਆ ਕਿ ਅਖੀਰ ਕਿਸਾਨਾਂ ਨੂੰ ਗੰਨਾ ਵਾਹੁਣਾ ਪਿਆ ਕਿਉਂਕਿ ਕਿਸਾਨ ਨੂੰ ਆਪਦੇ ਘਰ ਦਾ ਖਰਚਾ ਚਲਾਉਣ ਲਈ ਆੜ੍ਹਤੀਏ ਕੋਲ ਜਾਣਾ ਪੈਂਦਾ। ਮਿੱਲ ਵਾਲੇ ਜਿਹੜੇ ਆ ਉਹ 4-4 ਸਾਲ ਪੇਮੈਂਟ ਹੀ ਨਹੀਂ ਸੀ ਦਿੰਦੇ ਔਰ ਆੜ੍ਹਤੀਏ ਇਸ ਕਰਕੇ ਪੈਸੇ ਨਹੀਂ ਸੀ ਦਿੰਦਾ ਕਿਸਾਨ ਨੂੰ ਕਿ ਤੇਰੇ ਤਾਂ ਬਈ ਗੰਨਾ ਹੈ, ਤੂੰ ਤਾਂ ਉਹ ਮਿੱਲਾਂ 'ਤੇ ਸਿੱਟਣਾ।
ਅੱਜ ਇਹ ਪੰਜਾਬ ਦੀ ਕਿਸਾਨੀ ਦੀ ਤਰਾਸਦੀ ਆ ਕਿ ਫਰੀਦਕੋਟ ਸ਼ੂਗਰ ਮਿਲ ਬੰਦ ਪਈ ਆ। 100 ਪੌਣੇ 200 ਦੇ ਕਰੀਬ ਏਕੜ ਉਹ ਜਗ੍ਹਾ ਸੀ, ਪਰ ਬੜੀ ਪ੍ਰਾਈਮ ਜਗ੍ਹਾ ਤੇ ਸੀ ਔਰ ਬੜੀ ਵੱਡੀ ਮਿੱਲ ਸੀ, ਉਹ ਖਤਮ ਕਰਤੀ, ਸਾਰੀ ਮਸ਼ੀਨਰੀ ਡੈੱਡ ਹੋ ਗਈ। ਸ਼ੇਰੋਂ ਸ਼ੂਗਰ ਮਿਲ ਬੰਦ ਪਈ ਆ, ਜਗਰਾਓਂ ਤੇ ਜੀਰਾ ਸ਼ੂਗਰ ਮਿਲ ਬੰਦ ਪਈ ਆ। ਕਿਸਾਨੀ ਨੂੰ ਉੱਤੇ ਚੁੱਕਣ ਲਈ ਮੈਂ ਸ਼ੂਗਰ ਮਿੱਲਾਂ ਚਲਾਉਣ ਲਈ ਜਿਹੜੀ ਵੀ ਸਰਕਾਰ ਹੋਈ ਝੋਲੀ ਅੱਡ ਕੇ ਉਸ ਕੋਲੇ ਜਾਊਂਗਾ ਕਿ ਸ਼ੂਗਰ ਮਿੱਲਾਂ ਨੂੰ ਜ਼ਰੂਰ ਚਲਾਇਆ ਜਾਵੇ ਜੇ ਕਿਸਾਨੀ ਨੂੰ ਉੱਪਰ ਲੈ ਕੇ ਆਉਣਾ ਹੈ। ਤਾਂ ਸ਼ਹਿਰ ਦੇ ਹੋਰ ਵਿਕਾਸ ਦੇ ਬੜੇ ਕੰਮ ਹੋਣ ਵਾਲੇ ਆ। ਨੌਜਵਾਨਾਂ ਜਿਹੜੇ ਸਾਡੇ ਪੜ੍ਹ ਲਿਖ ਕੇ ਬਾਹਰ ਤੁਰੇ ਜਾਂਦੇ ਆ, ਉਹਨਾਂ ਦੇ ਰੁਜ਼ਗਾਰ ਮੁਹੱਈਆ ਕਰਾਉਣ ਲਈ ਮੈਂ ਸੰਘਰਸ਼ ਕਰੂੰਗਾ। ਔਰ ਜਿਹੜਾ ਵਿਡਿੰਗ ਟੋਲ ਪਲਾਜ਼ਾ ਉਹਨੂੰ ਖਤਮ ਕਰਾਉਣ ਲਈ ਮੈਂ ਸਰਕਾਰ ਅੱਗੇ ਜੋ ਵੀ ਮੈਨੂੰ ਕਰਨਾ ਪਿਆ, ਮੈਂ ਆਪਦੇ ਹਲਕਾ ਵਾਸੀਆਂ ਨੂੰ ਨਾਲ ਲੈ ਕੇ ਉਹਦੇ ਲਈ ਜ਼ੋਰ ਲਾਊਂਗਾ ਕਿ ਟੋਲ ਪਲਾਜ਼ਾ ਇੱਥੋਂ ਚੱਕਿਆ ਜਾਵੇ। ਬਰਾੜ ਸਾਹਿਬ, ਗੱਲ ਕੀਤੀ ਜਾਵੇ ਤੁਸੀਂ ਹਮੇਸ਼ਾ ਚਰਚਾ 'ਚ ਰਹਿੰਦੇ ਹੋ, ਆਪਣੀ ਸਰਕਾਰ ਦੇ ਵਿਰੁੱਧ ਬੋਲਦੇ ਹੋ, ਆਵਾਜ਼ ਉਠਾਉਂਦੇ ਹੋ, ਕੀ ਕਹਿਣਾ ਗਾ? ਦੇਖੋ ਜੀ, ਮੈਂ ਚਾਹੇ ਅਕਾਲੀ ਦਲ 'ਚ ਰਿਹਾ, ਚਾਹੇ ਪੀਪਲ ਪਾਰਟੀ 'ਚ ਰਿਹਾ, ਚਾਹੇ ਮੈਂ ਹੁਣ ਕਾਂਗਰਸ ਪਾਰਟੀ ਦੇ ਵਿੱਚ, ਸਾਡੇ ਪਰਿਵਾਰ ਨੇ ਇਹ ਬੰਦਾ ਆਪਦੇ ਪੂਰਵਜਾਂ ਤੋਂ ਸਿੱਖਦਾ ਹੈ। ਜੋ ਮੇਰੇ ਪੇਰੈਂਟਸ ਨੇ ਮੈਨੂੰ ਸਿਖਾਇਆ, ਇੱਕ ਤਾਂ ਮੈਂ ਕਦੇ ਝੂਠ ਨਹੀਂ ਬੋਲ ਸਕਦਾ ਗਾ, ਜੋ ਮੇਰੇ ਦਿਲ ਦੇ ਅੰਦਰ ਆ ਉਹੀ ਮੇਰੇ ਬਾਹਰ ਆ। ਮੈਨੂੰ ਕੋਈ ਪੁੱਛਦੇ ਆ ਕਿ ਟਿਕਟ ਦਾ ਕਿਵੇਂ, ਮੈਂ ਕਿਹਾ ਬਈ ਮੈਨੂੰ ਹਾਈ ਕਮਾਂਡ 'ਚੋਂ ਕਿਸੇ ਦਾ ਕੋਈ ਆਸਰਾ ਨਹੀਂ, ਮੈਨੂੰ ਆਸਰਾ ਸਿਰਫ ਆਪਦੇ ਮੁਕਤਸਰ ਹਲਕੇ ਦੇ ਲੋਕਾਂ ਦਾ ਹੈ ਕਿ ਲੋਕ ਮੇਰੇ ਨਾਲ, ਚਾਹੇ ਯੂਥ ਵਾਲੇ ਆ, ਚਾਹੇ ਮੇਰੇ ਦਾਦਾ ਜੀ ਦੇ ਨਾਲ ਪੁਰਾਣੇ ਲੋਕ ਜੁੜੇ ਹੋਏ ਆ, ਉਹਨਾਂ ਸਾਰਿਆਂ ਦੇ ਦਿਲ ਦੇ ਵਿੱਚ ਚਾਹ ਹੈ ਕਿ ਯਾਰ ਇਹ ਮੁੰਡਾ ਹਰੇਕ ਦੇ ਦੁੱਖ ਦੇ ਸੁੱਖ ਦੇ ਜਾਂਦਾ ਹੈ, ਸਾਡੇ ਘਰਾਂ ਤੱਕ, ਸਾਡੇ ਪਰਿਵਾਰਾਂ ਤੱਕ ਜਾਣਦਾ, ਸਾਡੇ ਬੱਚਿਆਂ ਤੱਕ ਜਾਣਦਾ। ਇੱਕ ਪਰਿਵਾਰਕ ਮੇਰਾ ਰਿਸ਼ਤਾ ਬਣ ਗਿਆ ਹਰ ਇੱਕ ਨਗਰ ਨਾਲ, ਹਰ ਇੱਕ ਵਾਰਡ ਦੇ ਵਾਸੀ ਨਾਲ। ਇਹਨੂੰ ਟਿਕਟ ਦੇਣੀ ਬਣਦੀ ਹੈਗੀ ਆ। ਮੈਂ ਜਦੋਂ ਸੱਚੀ ਗੱਲ ਕਰਦਾ ਤਾਂ ਮਾफ़ ਕਰਨਾ, ਸੀਨੀਅਰ ਲੀਡਰਸ਼ਿਪ ਨੂੰ ਇਹ ਲੱਗਦਾ ਕਿ ਆਪਦੀ ਸਰਕਾਰ ਦੇ ਉਲਟ ਬੋਲਦਾ। ਹੁਣ ਤੁਸੀਂ ਮੈਥੋਂ ਪੁੱਛਿਆ ਕਿ ਹਲਕੇ ਦਾ ਵਿਕਾਸ ਕਿਵੇਂ ਆ, ਮੈਂ ਝੂਠ ਮਾਰੀ ਜਾਵਾਂ ਵੀ ਇੱਥੇ ਤਾਂ ਕਰੋੜਾਂ ਰੁਪਇਆ ਆਇਆ? ਜਿਹੜਾ ਕਰੋੜਾਂ ਰੁਪਇਆ ਆਇਆ ਸੀ ਪਿਛਲੇ ਦਿਨਾਂ 'ਚ, ਉਹ ਵੀ ਸਾਡੀ ਕਾਂਗਰਸ ਦੇ ਕਈ ਲੀਡਰਾਂ ਦੀ ਆਪਸ ਵਿੱਚ ਜਿਹੜੀ ਖਿੱਚੋਤਾਣ ਸੀ ਉਹਦੇ ਕਰਕੇ ਵਾਪਸ ਹੋ ਗਿਆ। ਕਿੰਨਾ ਵਿਕਾਸ ਹੋਣਾ ਸੀ ਤੁਸੀਂ ਦੱਸੋ ਇਸ ਪਵਿੱਤਰ ਨਗਰੀ ਦਾ? ਕਿਸੇ ਦੇ ਦਿਲ ਦੇ ਵਿੱਚ ਹੈ ਹੀ ਨਹੀਂ, ਇੱਕ ਦੂਜੇ ਦੇ ਵਿਰੁੱਧ ਬਸ ਤਵਾ ਲਾਉਣ 'ਤੇ ਲੱਗੇ ਹੋਏ ਆ। ਮੈਨੂੰ ਵੀ ਕਈ ਵਾਰੀ ਕਿਹਾ ਗਿਆ, ਮੇਰੀ ਕਿਸੇ ਨਾਲ ਕੋਈ ਮੇਰੀ ਜਾਤੀ ਦੁਸ਼ਮਣੀ ਤਾਂ ਹੈ ਨਹੀਂ ਜੀ, ਹਰੇਕ ਨਾਲ ਪ੍ਰੇਮ ਪਿਆਰ ਆ, ਹਰੇਕ ਦੀ ਮੈਂ ਰਿਸਪੈਕਟ ਕਰਦਾ, ਮੇਰੀ ਵੀ ਰਿਸਪੈਕਟ ਕਰਦੇ ਆ। ਮੈਨੂੰ ਵੀ ਕਿਹਾ, ਉਹਦੀ ਸ਼ਿਕਾਇਤ ਲਾਈ, ਉਹ ਨਹੀਂ ਆਉਣ ਦਿੰਦਾ, ਉਹ ਨਹੀਂ ਆਉਣ ਦਿੰਦਾ, ਲੇਕਿਨ ਮੈਂ ਇਸ ਜਿਹੜੀ ਆਪਸੀ ਖਿੱਚੋਤਾਣ ਸੀ ਮੈਂ ਉਹਦੇ 'ਚੋਂ ਆਪਦੇ ਆਪ ਨੂੰ ਦੂਰ ਰੱਖਿਆ। ਮੈਂ ਕਿਸੇ ਦਾ ਸਾਥ ਨਹੀਂ ਦਿੱਤਾ। ਮੈਨੂੰ ਤਾਂ ਇਹ ਹੀ ਸੀ ਕਿ ਸਾਰੇ ਇਕੱਠੇ ਹੋ ਜਾਣ ਅਤੇ ਹਲਕੇ ਦਾ ਵਿਕਾਸ ਹੋਵੇ, ਪੈਸੇ ਲੱਗ ਜਾਣ, ਪਰ ਉਹ ਅਖੀਰ ਪੈਸੇ ਵਾਪਸ ਹੋ ਕੇ ਰਹੇ। ਉਹ ਬਰਾੜ ਸਾਹਿਬ, ਜੇਕਰ ਗੱਲ ਕੀਤੀ ਜਾਵੇ, ਕੈਪਟਨ ਸਾਹਿਬ 4.5 ਸਾਲ ਦੀ ਸਰਕਾਰ ਰਹੀ ਆ ਅਤੇ ਉਸ ਤੋਂ ਬਾਅਦ ਚੰਨੀ ਜੀ ਵੀ ਕਰੀਬ 111 ਦਿਨ ਦਾ ਕਾਰਜਕਾਲ ਰਿਹਾ ਗਾ, ਤੁਸੀਂ ਇਹ ਸਭ ਕਿੱਦਾਂ ਦੇਖਦੇ ਹੋ? ਦੇਖੋ ਜੀ, ਕਈ ਕੰਮ ਤਾਂ ਕੈਪਟਨ ਸਾਹਿਬ ਨੇ ਵੀ ਚੰਗੇ ਕੀਤੇ ਸੀਗੇ, ਬੜੇ ਸੀਨੀਅਰ ਸੀ ਕਾਂਗਰਸ ਦੇ ਵਿੱਚ, ਬੜੇ ਸਾਲ ਕੰਮ ਕੀਤਾ। ਅੱਜ ਉਹ ਇਸ ਪਾਰਟੀ ਦੇ ਵਿੱਚ ਨਹੀਂ ਰਹੇ ਤਾਂ ਮੇਰੀ ਆਦਤ ਨਹੀਂ ਕਿ ਬਿਨਾਂ ਗੱਲ ਤੋਂ ਨਿੰਦੀ ਜਾਵਾਂ। ਉਹਨਾਂ ਦੇ ਵਿੱਚ ਸਭ ਤੋਂ ਵੱਡੀ ਇੱਕ ਹੀ ਕਮੀ ਸੀ ਕਿ ਲੋਕਾਂ ਦੇ ਵਿੱਚ ਨਹੀਂ ਵਿਚਰੇ। ਜਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਕਰਦੇ ਰਹੇ ਆ, ਚਾਹੇ ਅੱਜ ਮੈਂ ਉਹਨਾਂ ਦੀ ਵਿਰੋਧੀ ਪਾਰਟੀ ਦੇ ਵਿੱਚ ਹਾਂ, ਲੇਕਿਨ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰਦਾ ਤਾਂ ਉਹਨੂੰ ਚੰਗਾ ਕਹਿਣਾ ਬਣਦਾ। ਚਾਹੇ ਕਿਸੇ ਗਰੀਬ ਨੂੰ ਜਿਹਦੀ ਕੋਈ ਸਿਫਾਰਿਸ਼ ਵੀ ਨਾ ਹੁੰਦੀ, ਉਸ ਵੇਲੇ ਦੇ ਮੁੱਖ ਮੰਤਰੀ ਨੂੰ ਉਹ ਅਪਰੋਚ ਕਰ ਲੈਂਦੇ ਸੀ। ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਰੋਚ ਕਰਨਾ ਬੜਾ ਔਖਾ ਸੀ। ਈਵਨ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੀ ਇੱਕ ਵਾਰੀ ਮਿਲਣ ਗਏ ਅਤੇ ਉਹਨਾਂ ਦੇ ਵੀ ਉਹ ਜਿਹੜੇ ਬਾਹਰ ਸਿਕਿਉਰਿਟੀ ਵਾਲੇ ਸੀ, ਤਲਾਸ਼ੀ ਲੈ ਕੇ ਉਹਨਾਂ ਦਾ ਮੋਬਾਈਲ ਬਾਹਰ ਰਖਾ ਲਿਆ। 30-40 MLA ਉਹਨਾਂ ਨਾਲ ਸੀ ਅਤੇ ਅਖੀਰ ਉਹਨਾਂ ਨੂੰ ਮਿਲੇ ਨਹੀਂ। ਇਹੀ ਗੱਲ ਉਹਨਾਂ ਨੂੰ ਲੈ ਕੇ ਬਹਿ ਗਈ ਕਿ ਜਿਹੜਾ ਲੋਕਾਂ ਦੇ ਨਾਲ ਮਿਲਵਰਤਨ ਸੀ ਉਹ ਤਾਂ ਰੱਖਣਾ ਹੀ ਕੀ ਸੀ, ਆਪਦੀ ਪਾਰਟੀ ਦੇ ਲੀਡਰਾਂ ਨੂੰ ਵੀ ਉਹ ਨਾਲ ਨਹੀਂ ਰੱਖ ਸਕੇਗੇ। ਔਰ ਜਿਹੜਾ ਚੰਨੀ ਸਾਹਿਬ ਦੀ ਤੁਸੀਂ 111 ਦਿਨਾਂ ਦੀ ਗੱਲ ਕੀਤੀ ਆ, ਬੜੇ ਵਧੀਆ ਐਲਾਨ ਕੀਤੇ। ਮਾਸਿਸ ਦੇ ਲੀਡਰ ਆ, ਲੋਕਾਂ ਦੀਆਂ ਜੜ੍ਹਾਂ ਨਾਲ, ਹੇਠਲੇ ਤਬਕੇ ਨਾਲ ਵੀ ਉਹ ਜੁੜੇ ਹੋਏ ਆ, ਕੋਈ ਉਹਨਾਂ 'ਚ ਐਟੀਟਿਊਡ ਨਹੀਂ, ਬੜੇ ਵਧੀਆ ਸੁਭਾਅ ਦੇ ਆ, ਨਿੱਘੇ ਸੁਭਾਅ ਦੇ ਆ। ਲੇਕਿਨ ਮੈਨੂੰ ਲੱਗਦਾ ਜਿੰਨੇ ਐਲਾਨ ਕੀਤੇ ਸੀ ਉਹ ਜਿਹੜੀਆਂ ਲੋਕਾਂ ਤੱਕ ਰਿਆਇਤਾਂ ਸੀ ਉਹ ਸਾਰੀਆਂ ਪਹੁੰਚ ਨਹੀਂ ਸਕੀਆਂ। ਉਹਦਾ ਕਾਰਨ ਸੀ ਵੀ ਉਹਨਾਂ ਨੂੰ ਮੇਰਾ ਖਿਆਲ ਆ 3.5 ਮਹੀਨੇ ਮਿਲੇ, ਟਾਈਮ ਨਹੀਂ ਪੂਰਾ ਮਿਲਿਆ। ਇਹਦੇ ਕਰਕੇ ਇੱਕ ਜਿਹੜਾ ਨਸ਼ਾ ਹੈ ਇਹਦੇ ਬਾਰੇ ਹਰੇਕ ਲੀਡਰ ਬੋਲਦਾ। ਹੁਣ ਇਲੈਕਸ਼ਨ ਆ ਗਏ ਆ, ਹਰੇਕ ਨੇ ਚੋਣ ਮੈਨੀਫੈਸਟੋ ਦੇ ਵਿੱਚ ਨਸ਼ੇ ਦੀ ਗੱਲ ਕੀਤੀ, ਬੇਰੁਜ਼ਗਾਰੀ ਦੀ ਕੀਤੀ ਆ, ਕਰਪਸ਼ਨ ਦੀ ਕੀਤੀ ਆ। ਲੇਕਿਨ ਅੱਜ ਜਿਹੜੀ ਕਰਪਸ਼ਨ ਆ ਉਹ ਵੀ ਚਰਮ ਸੀਮਾ 'ਤੇ ਆ। ਚਾਹੇ ਕੋਈ ਕਹੀ ਜਾਵੇ ਅਸੀਂ ਤਾਂ ਜੀ ਆਹ ਕਹਿਤਾ, ਆਹ ਐਲਾਨ ਕਰਤਾ ਵੀ ਜਿਹੜਾ ਵੀ ਕੋਈ ਕਰਪਟ ਅਫਸਰ ਨੂੰ ਫੜਾਊਗਾ ਉਹਨੂੰ ਇੰਨਾ ਨਾਮ ਦਿੱਤਾ ਜਾਊਗਾ, ਉਹਨੂੰ ਸਸਪੈਂਡ ਕੀਤਾ ਜਾਊਗਾ। ਲੇਕਿਨ ਇਹ ਸੱਚਾਈ ਆ, ਕਿਸੇ ਦਫ਼ਤਰ ਚਲੇ ਜਾਓ,
ਬਿਨਾਂ ਰਿਸ਼ਵਤ ਦਿੱਤਿਆਂ ਕਿਸੇ ਦਾ ਕੰਮ ਨਹੀਂ ਹੁੰਦਾ ਗਾ। ਚਲੋ ਸਾਡੇ ਵਰਗਾ ਤਾਂ ਅਪਰੋਚ ਰੱਖਦਾ, ਪੁਰਾਣਾ ਪਰਿਵਾਰ ਆ, ਮੇਰੇ ਦਾਦਾ ਜੀ MLA ਰਹੇ ਆ, ਆਪਦਾ ਨਾਂ ਹੈ, ਵੱਡੀਆਂ ਰਿਸ਼ਤੇਦਾਰੀਆਂ, ਉਹਦੇ ਕਰਕੇ ਚਲੋ ਸਾਡੇ ਵਰਗੇ ਤੋਂ ਨਹੀਂ ਮੰਗਦਾ। ਲੇਕਿਨ ਸਾਡੇ ਕੋਲੇ ਬੜੇ ਕੰਮ ਕਰਾਉਣ ਵਾਲੇ ਬੰਦੇ ਆਉਂਦੇ ਜਿਹੜੇ ਕਹਿੰਦੇ ਆ ਬਾਈ ਪੈਸੇ ਦੇ ਕੇ 1 ਸਕਿੰਟ 'ਚ ਕੰਮ ਹੋ ਜਾਂਦਾ। ਕਰਪਸ਼ਨ ਦਾ ਜਿਹੜਾ ਨਾ ਇਸ ਮੁਲਕ ਨੂੰ, ਇਕੱਲੇ ਪੰਜਾਬ ਨੂੰ ਨਹੀਂ, ਇਸ ਮੁਲਕ ਨੂੰ ਕਰਪਸ਼ਨ ਨੇ ਸਿਉਂਕ ਵਾਂਗੂ ਖਾ ਲਿਆ। ਔਰ ਜਿਹੜਾ ਨਸ਼ਾ ਉਹ ਤਾਂ ਤੁਹਾਨੂੰ ਪਤਾ, ਪਿੰਡਾਂ ਦੇ ਵਿੱਚ ਤੁਸੀਂ ਪੱਤਰਕਾਰ ਜਾਂਦੇ ਹੋ, ਆਮ ਲੋਕਾਂ ਨੂੰ ਜਦੋਂ ਮਿਲਦੇ ਆ ਉਹ ਕਹਿੰਦੇ ਆ ਕਿ ਪਿੰਡ 'ਚ ਹੀ ਤੁਹਾਨੂੰ 10 ਬੰਦੇ ਫੜਾ ਦਿੰਦੇ ਆ ਜਿਹੜੇ ਨਸ਼ਾ ਚਿੱਟੇ ਤੱਕ ਵੇਚਦੇ ਆ। ਜਦੋਂ ਪੁਰਾਣੇ ਵੇਲੇ ਸੀਗੇ, ਮੇਰੇ ਫਾਦਰ ਸਾਹਿਬ ਹੋਰੀ ਗੁਰਰਾਜ ਸਿੰਘ ਫੱਤਣਵਾਲਾ ਵੇਲੇ ਦਾ ਵੇਲਾ ਸੀ, ਜਾਂ ਦਾਦਾ ਜੀ MLA ਸਾਹਿਬ ਹਰਚੰਦ ਸਿੰਘ ਫੱਤਣਵਾਲਾ ਇਲੈਕਸ਼ਨ ਲੜੇ, ਉਹ 30-40 ਸਾਲ ਪਹਿਲਾਂ ਜਿਹੜਾ ਸੀ ਨਸ਼ਾ ਇਕੱਲਾ ਹੁੰਦਾ ਸੀ ਪੋਸਤ ਦਾ ਜਾਂ ਸ਼ਰਾਬ ਦਾ, ਚਲੋ ਜਾਨਲੇਵਾ ਨਹੀਂ ਸੀ। ਲੇਕਿਨ ਅੱਜ ਜਿਹੜੇ ਸਿੰਥੈਟਿਕ ਡਰੱਗਸ ਆ ਗਏ ਆ, ਚਿੱਟਾ ਵਗੈਰਾ, ਪਤਾ ਨਹੀਂ ਹੋਰ ਕਿਹੜੇ ਨਸ਼ੇ ਆ ਗਿਆ, ਇੱਕ ਪੀੜ੍ਹੀ ਤਬਾਹ ਕਰਤੀ। ਜਾਂ ਤਾਂ ਸਾਡੇ ਨੌਜਵਾਨ ਨਸ਼ੇ 'ਚ ਗਲਤਾਨ ਹੋ ਕੇ ਸਾਲ 2 ਸਾਲ ਬਾਅਦ ਪਰਮਾਤਮਾ ਦੇ ਘਰ ਚਲੇ ਜਾਂਦੇ ਆ, ਅਤੇ ਜਾਂ ਜਿਹੜੇ ਬਹੁਤ ਇੰਟੈਲੀਜੈਂਟ ਆ ਉਹ ਪੜ੍ਹ ਲਿਖ ਕੇ ਬਾਹਰ ਜਾ ਰਹੇ ਆ। ਸੋ ਇਹ ਜਿਹੜਾ ਪੀੜ੍ਹੀ ਦਾ ਖੱਪਾ ਹੈ ਕਿ 10-20 ਸਾਲ ਦਾ ਫਰਕ ਪੈ ਜਾਣਾ, ਇਕੱਲੇ ਬੁੜੇ ਰਹਿ ਜਾਣੇ 15 ਸਾਲਾਂ ਨੂੰ, ਚੰਗੇ ਜਿਹੜੇ ਨੌਜਵਾਨ ਉਹ ਕਿ ਰਹਿਣਾ ਹੀ ਨਹੀਂ ਇੱਥੇ, ਅਤੇ ਫਿਰ ਪੰਜਾਬ ਦੀ ਤਰੱਕੀ ਕਿਵੇਂ ਹੋਊਗੀ? ਨੌਜਵਾਨਾਂ ਨੂੰ ਇੱਥੇ ਰੋਕਣ ਵਾਸਤੇ, ਇੱਥੇ ਉਹਨਾਂ ਦਾ ਰੁਜ਼ਗਾਰ ਮੁਹੱਈਆ ਕਰਾਉਣ ਵਾਸਤੇ ਸਰਕਾਰਾਂ ਨੂੰ ਸੁਹਿਰਦ ਹੋਣਾ ਪਊਗਾ। ਇਹ ਰੇਤੇ ਦੀ ਗੱਲ ਹਰੇਕ ਕਰਦਾ, ਰੇਤੇ ਦਾ ਕਿਹਾ ਸੀ ਕਿ 5.5 ਰੁਪਏ ਫੁੱਟ ਮਿਲੂਗਾ। ਉਹ ਸਾਡੇ ਘਰੇ ਵੀ ਮਿਸਤਰੀ ਲੱਗਿਆ ਅਤੇ ਮੈਂ ਪੁੱਛਿਆ ਵੀ ਰੇਟ ਕਿੰਨਾ, ਉਹ ਪੁਰਾਣੇ ਤੋਂ ਵੀ ਵੱਧ ਗਿਆ। ਮਤਲਬ ਰੇਤੇ ਦਾ ਰੇਟ ਤਾਂ ਕੀ ਘਟਣਾ ਸੀ, ਹੋਰ ਵੱਧ ਗਿਆ। ਇਹਦੇ ਲਈ ਸਰਕਾਰਾਂ ਨੂੰ ਬਹੁਤ ਤਕੜਾ ਸਟੈਪ ਚੱਕਣਾ ਪਊਗਾ। ਪੈਸੇ ਦਾ ਲਾਲਚ ਮਾਫ਼ ਕਰਨਾ ਲੀਡਰਾਂ ਨੂੰ ਤਿਆਗਣਾ ਪਊਗਾ। ਹੁਣ ਤਾਂ ਜਿਹੜਾ ਕੁਰਸੀ 'ਤੇ ਬਹਿੰਦਾ ਉਹ ਹੀ ਖਾ ਜਾਂਦਾ, ਅਤੇ ਜਿਹੜਾ ਸਿਆਸਤ ਵਿੱਚ ਆਉਂਦਾ ਉਹਨੂੰ ਇਹ ਹੁੰਦਾ ਮੈਂ ਪੈਸੇ ਬਣਾਉਣੇ ਆ, ਮੈਂ 3-4 ਪੀੜ੍ਹੀਆਂ ਦਾ ਇੰਨਾ ਕੁ ਪੈਸਾ ਇਕੱਠਾ ਕਰ ਜਾਂ ਕਿ ਲੋੜ ਨਾ ਪਵੇ। ਖਾਣੀ ਤਾਂ ਯਾਰ 2 ਵੇਲੇ ਦੀ ਰੋਟੀ ਆ ਨਾ। ਮੇਰੀ ਬਹੁਤ ਆਦਤ ਆ, ਮੈਂ ਸੁੱਖ ਦੇ ਨਾ ਜਾਵਾਂ, ਮੈਂ ਦੁੱਖ ਦੇ ਬਹੁਤ ਜਾਂਦਾ ਲੋਕਾਂ 'ਚ। ਅਤੇ ਜਦੋਂ ਉੱਥੇ ਸ਼ਮਸ਼ਾਨ ਘਾਟ ਸੰਸਕਾਰ 'ਤੇ ਜਾਈਦਾ ਨਾ, ਅਤੇ ਉੱਥੇ ਅਕਸਰ ਹਰ ਬੰਦਾ ਕਹਿੰਦਾ ਕਿ ਯਾਰ ਜ਼ਿੰਦਗੀ ਦਾ ਕੋਈ ਪਤਾ ਨਹੀਂ, ਬੰਦਾ ਜਿਹੜਾ ਪਾਣੀ ਦਾ ਬੁਲਬੁਲ ਹੈ। ਲੇਕਿਨ ਜਦੋਂ ਸ਼ਮਸ਼ਾਨ ਘਾਟ ਤੋਂ ਬਾਹਰ ਹੋ ਜਾਂਦੇ ਆ, ਫਿਰ ਉਹੀ ਪੈਸਾ ਕਮਾਉਣ ਦੀ ਦੌੜ, ਉਹੀ ਲੁੱਟਮਾਰ, ਉਹੀ ਰਿਸ਼ਵਤਖੋਰੀ, ਉਹੀ ਕਰਪਸ਼ਨ। ਇਹ ਲੋਕ ਜਿੰਨਾ ਚਿਰ ਰੱਬ ਤੋਂ ਡਰਨ ਨਾ ਲੱਗਣਗੇ, ਲੋਕ ਇਹ ਨਾ ਡਰਨਗੇ ਕਿ ਨਸ਼ਾ ਜਿਹੜਾ ਸਾਡੇ ਬੱਚਿਆਂ ਨੂੰ ਵੀ ਲੱਗ ਸਕਦਾ, ਉਹਨਾਂ ਚਿਰ ਇਹ ਨਸ਼ਾ ਬੰਦ ਹੋਣਾ ਨਹੀਂ, ਜਿੰਨਾ ਚਿਰ ਲੋਕ ਨਾ ਸਾਥ ਦੇਣਗੇ। ਬਰਾੜ ਸਾਹਿਬ, ਤੁਸੀਂ ਮੋਦੀ ਸਰਕਾਰ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਹੋ? ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਮੈਂ 0 ਗਿਣੂੰਗਾ। ਅਤੇ ਸਾਹਮਣੇ ਓਪੋਜੀਸ਼ਨ ਆ, ਜਿਹੜੀ ਓਪੋਜੀਸ਼ਨ 'ਚ ਦਮ ਨਹੀਂ ਪੈ ਰਿਹਾ ਗਾ, ਜਿਹਦੇ ਕਰਕੇ ਮੋਦੀ ਸਰਕਾਰ ਦੁਬਾਰਾ ਰਿਪੀਟ ਹੋ ਗਈ। ਜਿਹੜਾ ਬੰਦਾ ਦੇਸ਼ ਦੇ ਅੰਨਦਾਤਾ ਦਾ ਨਹੀਂ ਸੋਚਦਾ, 2 ਸਾਲ ਸਾਡੇ ਕਿਸਾਨ ਉੱਥੇ ਮਰੀ ਗਏ, ਮੇਰਾ ਪਰਿਵਾਰ ਵੀ ਗਿਆ, ਮੇਰੇ ਬ੍ਰਦਰ ਵੀ ਉੱਥੇ ਲਾ ਕੇ ਆਏ ਦਿਨ, ਮੇਰੇ ਬੱਚੇ ਆ 14-14 ਸਾਲ ਦੇ, ਉਹ ਵੀ ਉੱਥੇ ਜਾ ਕੇ ਆਏ। ਇੱਥੇ ਵੀ ਧਰਨਿਆਂ 'ਚ ਅਸੀਂ ਬੈਠਦੇ ਰਹੇ, ਚਾਹੇ ਰੇਲਵੇ ਸਟੇਸ਼ਨ 'ਤੇ ਸੀ, ਚਾਹੇ ਸ਼ਹਿਰ ਦੇ ਚੌਂਕਾਂ 'ਤੇ ਸੀ। ਜਦੋਂ ਵੀ ਕਿਸਾਨੀ ਸੰਘਰਸ਼ ਹੋਇਆ ਉਹਦੇ ਵਿੱਚ ਹਿੱਸਾ ਲਿਆ, ਹਰ ਤਰ੍ਹਾਂ ਦਾ ਹਿੱਸਾ ਲਿਆ। ਜਿਹੜਾ ਬੰਦਾ ਦੇਸ਼ ਦਾ ਅੰਨਦਾਤਾ, 40% ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਢਿੱਡ ਭਰਦਾ, ਇਕੱਲਾ ਹੀ ਪੰਜਾਬ ਦਾ ਕਿਸਾਨ ਭਰਦਾ, ਔਰ ਸਾਰੇ ਦੇਸ਼ ਦੇ ਕਿਸਾਨਾਂ ਦਾ ਜਿਹਨੇ ਨਹੀਂ ਸੋਚਿਆ। ਪਹਿਲਾਂ ਸ਼ੁਰੂ 'ਚ ਲੱਗਦਾ ਸੀ ਕਿ ਸਿਆਣਾ ਬੰਦਾ ਹੈ, ਮਾਫ਼ ਕਰਨਾ, ਕਬੀਲਦਾਰ ਨਹੀਂ, ਛੜਾ ਬੰਦਾ ਵੀ, ਇਹਨੂੰ ਕਿਹੜਾ ਕੋਈ ਲਾਲਚ ਵੀ ਆ ਅੰਬਾਨੀਆਂ ਅਡਾਨੀਆਂ ਦਾ ਸਾਥ ਦੇਊਗਾ। ਪਰ ਇੰਨਾ ਲੰਮਾ ਸੰਘਰਸ਼ ਨੂੰ ਇਹ ਲਿਜਾਣਾ ਪਿਆ ਇਹਦੇ ਕਰਕੇ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਕਿ ਸ਼ਾਂਤਪੂਰਵਕ ਸਾਡੇ ਕਿਸਾਨ ਵੀਰਾਂ ਨੇ ਇਹ ਸੰਘਰਸ਼ ਛੇੜਿਆ। ਔਰ 2 ਸਾਲ ਦੇ ਕਰੀਬ ਇਹ ਜਿਹੜਾ ਸੰਘਰਸ਼ ਚੱਲਿਆ, 1 ਸਾਲ ਅਤੇ 13-14 ਦਿਨ ਤਾਂ ਦਿੱਲੀ ਲੱਗ ਗਏ, 4-5 ਮਹੀਨੇ ਇੱਥੇ ਪੰਜਾਬ ਦੇ ਬਾਰਡਰਾਂ 'ਤੇ ਜਾਂ ਟੋਲ ਪਲਾਜ਼ਿਆਂ 'ਤੇ ਬੈਠੇ ਰਹੇ, ਜਾਂ ਰੇਲਵੇ ਫਾਟਕਾਂ 'ਤੇ ਬੈਠੇ ਰਹੇ, ਸਟੇਸ਼ਨਾਂ 'ਤੇ। ਔਰ ਇਹ ਸਾਰਾ ਜਿਹੜਾ 750 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਗਈਆਂ, ਇਹਦਾ ਸਿੱਧੇ ਢੰਗ ਦੇ ਨਾਲ ਜਿਹੜਾ ਦੋਸ਼ੀ ਆ ਉਹ ਨਰਿੰਦਰ ਮੋਦੀ ਆ। ਜੇ ਇਹੀ ਕੰਮ ਕਰਨਾ ਸੀ ਤਾਂ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਤੁਹਾਡਾ ਮਾਈ ਬਾਪ ਹੁੰਦਾ। ਹੁਣ ਤਾਂ 2-4 ਦਿਨਾਂ 'ਚ ਹੀ ਪਤਾ ਲੱਗ ਗਿਆ ਸੀ ਤੁਸੀਂ ਮੇਰਾ ਕੋਈ ਫਾਇਦਾ ਕਰਨਾ ਚਾਹੁੰਦੇ ਹੋ। ਲੇਕਿਨ ਮੈਂ ਕਹਿੰਦਾ ਵੀ ਖਾਰਾ ਸਾਹਿਬ, ਮੈਨੂੰ ਇਹ ਫਾਇਦਾ ਨਹੀਂ ਚਾਹੀਦਾ, ਤਾਂ ਤੁਹਾਨੂੰ ਉਹ ਜਿੱਦ ਨਹੀਂ ਕਰਨੀ ਚਾਹੀਦੀ ਸੀਗੀ। ਲੇਕਿਨ ਉਹਨੇ ਇੰਡਸਟਰੀਲਿਸਟਾਂ ਦੇ ਪਿੱਛੇ ਲੱਗ ਕੇ, ਅਮੀਰ ਬੰਦਿਆਂ ਦੇ ਪਿੱਛੇ ਲੱਗ ਕੇ ਕਿਸਾਨੀ ਨਾਲ ਬਹੁਤ ਵੱਡਾ ਧੱਕਾ ਕੀਤਾ, ਜਿਹਦੇ ਵਿੱਚ ਸਾਡਾ ਅਰਬਾਂ ਖਰਬਾਂ ਰੁਪਈਆ ਤੇਲ ਦਾ, ਰੋਟੀ ਪਾਣੀ ਦਾ, ਬਾਹਰ ਰਹਿਣਾ ਸੌਖਾ ਹੈ ਜੀ। ਤੁਸੀਂ 5 ਸਟਾਰ ਹੋਟਲ 'ਚ ਵੀ ਬਾਹਰ ਰਹਿਣਾ ਹੋਵੇ ਨਾ, 2 ਦਿਨਾਂ ਬਾਅਦ ਤੁਸੀਂ ਉੱਥੋਂ ਵੀ ਅੱਕ ਜਾਓਗੇ। ਟਰਾਲੀਆਂ ਦੇ ਵਿੱਚ ਪੈਣਾ, ਠੰਡੀਆਂ ਰਾਤਾਂ ਨੂੰ, ਤਪਦੀਆਂ ਧੁੱਪਾਂ ਦੇ ਵਿੱਚ ਉੱਥੇ ਰਹੇ ਆ, ਇੰਨੀ ਸੜਦੀ ਗਰਮੀ ਦੇ ਵਿੱਚ।
ਧੰਨ ਆ, ਮੈਂ ਨਮਸਕਾਰ ਕਰਦਾ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਜਿਨ੍ਹਾਂ ਨੇ ਇਹ ਸੰਘਰਸ਼ ਨੇਪਰੇ ਚਾੜਿਆ ਔਰ ਇਹਦੇ ਵਿੱਚ ਸਫਲਤਾ ਹਾਸਲ ਕੀਤੀ। ਔਰ ਨਰਿੰਦਰ ਮੋਦੀ ਦੀ ਮੈਂ ਨਿਖੇਧੀ ਕਰਦਾ ਅਤੇ ਉਹਦੀ ਸਾਰੀ ਪਾਰਟੀ ਦੀ। ਪੰਜਾਬ ਦੇ ਵਿਕਾਸ ਲਈ 4-5 ਫੈਸਲੇ ਉਹ ਕਿਹੜੇ ਆ ਜਿਹੜੇ ਨਾਲ ਆਪਣਾ ਪੰਜਾਬ ਤਰੱਕੀ ਵੱਲ ਵੱਧ ਸਕੇ, ਤੁਹਾਨੂੰ ਕੀ ਲੱਗਦਾ? ਦੇਖੋ ਜੀ, ਆ ਜਿਹੜੀਆਂ ਸੜਕਾਂ ਬਣਾਈ ਜਾਂਦੇ, ਫਲਾਈਓਵਰ ਬਣਾਈ ਜਾਂਦੇ ਆ, ਮੈਂ ਕਹਿੰਦਾ ਇਹ ਜਿਹੜੀਆਂ ਇਹ ਚੀਜ਼ਾਂ ਬਾਅਦ ਵਿੱਚ ਚਾਹੀਦੀਆਂ, ਕਿਉਂਕਿ ਇਹ ਬਣਾਉਣ ਨਾਲ ਜਾਂ ਤਾਂ ਪਹਿਲਾਂ ਤੁਸੀਂ ਗ੍ਰੀਨ ਰੈਵੋਲੂਸ਼ਨ ਲੈ ਕੇ ਆਓ, ਹਰੀ ਕ੍ਰਾਂਤੀ, ਜਿਹਦੇ ਵਿੱਚ ਦਰਖਤ ਪੱਟਣ ਤੋਂ ਪਹਿਲਾਂ ਦਰਖਤ ਨਵੇਂ ਲਾਏ ਜਾਣ। ਲੱਖਾਂ ਕਰੋੜਾਂ ਦਰਖਤ ਤੁਸੀਂ ਪੰਜਾਬ ਦੇ ਪੱਟ ਦਿੱਤੇ ਆ, ਔਰ ਇਹਨਾਂ ਸੜਕਾਂ ਦਾ ਫੇਰ ਹੀ ਫਾਇਦਾ ਹੈ ਜੇ ਇੱਥੇ ਇਨਫਰਾਸਟਰਕਚਰ ਚੰਗਾ ਹੋਊਗਾ, ਐਜੂਕੇਸ਼ਨ ਚੰਗੀ ਹੋਊਗੀ, ਹੌਸਪੀਟਲਾਈਜ਼ ਚੰਗੇ ਹੋਣਗੇ। ਗਰੀਬ ਲੋਕਾਂ ਨੂੰ ਹੀ ਨਹੀਂ, ਜਨਰਲ ਕੈਟੇਗਰੀ ਦੇ ਵੀ ਜਿਹੜੇ 5 ਏਕੜ ਤੋਂ ਥੱਲੇ ਦਾ ਕਿਸਾਨ ਆ, ਉਹਦੀ ਬਿਲਕੁਲ ਫਰੀ ਹਰ ਤਰ੍ਹਾਂ ਦਾ ਇਲਾਜ ਹੋਊਗਾ। ਉਹ ਕਾਰਡ ਕੂਡ ਕਈ ਬਣੇ ਆ, ਮੇਰੇ ਕੋਲੇ ਵੀ ਕਈ ਵਿਚਾਰੇ ਜ਼ਿਮੀਂਦਾਰ ਭਰਾ ਆਉਂਦੇ ਆ, ਖੱਜਲ ਖਰਾਬ ਹੁੰਦੇ ਆ, ਉਹਨਾਂ ਨੂੰ ਮਰੀਜ਼ ਵੀ ਵਿਚਾਰਾ ਰੱਬ ਘਰ ਤੁਰ ਜਾਂਦਾ ਅਤੇ ਉਹ ਕੋ ਹਸਪਤਾਲ ਵਾਲੇ ਕਹਿ ਦਿੰਦੇ ਆ ਸਾਡੇ ਹਸਪਤਾਲ ਨਹੀਂ ਇਹ ਚੱਲਦਾ, ਫਲਾਣੇ ਚੱਲੂ, ਫਲਾਣੇ ਵਾਲਾ ਕਹਿ ਦਿੰਦਾ ਉਸ ਨਹੀਂ ਚੱਲਦਾ। ਲੋਕ ਖਰਾਬ ਹੋਈ ਜਾਂਦੇ ਆ। ਸੋ ਹੈਲਥ ਹੋ ਗਿਆ, ਐਜੂਕੇਸ਼ਨ ਹੋ ਗਿਆ, ਉਸ ਤੋਂ ਬਾਅਦ ਨੌਜਵਾਨੀ ਆ ਜਿਹੜੀ, ਉਹਨੂੰ ਚੰਗੀ ਨੌਕਰੀ ਮਿਲੇ। ਬਾਹਰ ਕਿਸੇ ਦਾ ਦਿਲ ਕਰਦਾ ਹੈ ਜੀ ਆਪਦੀ ਇੱਕ ਜਿਹਦੇ ਕੋਲੇ 2-2.5 ਏਕੜ ਜ਼ਮੀਨ ਆ, ਉਹ 1 ਏਕੜ ਵੇਚ ਕੇ ਆਪਦੇ ਬੱਚਿਆਂ ਨੂੰ ਬਾਹਰ ਭੇਜ ਰਿਹਾ। ਉਹ ਬਾਹਰ ਇਸ ਕਰਕੇ ਹੀ ਭੇਜ ਰਿਹਾ ਵੀ ਇੱਥੇ ਕੋਈ ਰੁਜ਼ਗਾਰ ਨਹੀਂ ਮਿਲਦਾ। ਐਡੀਆਂ ਇੰਨੀਆਂ ਡਿਗਰੀਆਂ ਲੈ ਕੇ MSc ਕੀਤੀ ਆ, ਲੋਕ ਕੋਈ ਰੇਹੜੀ ਲਾਈ ਜਾਂਦਾ, ਕੋਈ ਵਿਚਾਰਾ ਆਉਂਦਾ ਕਿ ਸਾਨੂੰ 7-8 ਹਜ਼ਾਰ ਦੀ ਨੌਕਰੀ ਮਿਲ ਜੇ। ਦੱਸੋ ਇੰਨੀ ਮਹਿੰਗਾਈ ਦੇ ਵਿੱਚ 7-8 ਹਜ਼ਾਰ ਨਾਲ ਕਿੱਥੇ ਪੂਰਾ ਹੁੰਦਾ? ਸੋ ਇਹ ਮੇਰੇ ਦਿਲ ਦੀਆਂ ਰੀਝਾਂ ਕਿ ਇਹ ਸਾਰਾ ਕੁਛ ਹੋਵੇ, ਕਿਸਾਨੀ ਨੂੰ ਉੱਤੇ ਲੈ ਕੇ ਆਇਆ ਜਾਵੇ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਹੈਲਥ ਅਤੇ ਐਜੂਕੇਸ਼ਨ ਆ ਜਿਹੜੀ ਉਹ ਮਸਟ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆ ਸੜਕਾਂ ਵਾਲਾ ਜਿਹੜਾ ਜਾਲ ਆ ਇਹ ਵਿਛਾਇਆ ਜਾਣਾ ਚਾਹੀਦਾ। ਬਰਾੜ ਸਾਹਿਬ, 2022 ਦੀਆਂ ਚੋਣਾਂ ਦੇ ਵਿੱਚ ਤੁਹਾਡੀ ਪਾਰਟੀ ਦੀਆਂ ਕੀ ਸੰਭਾਵਨਾਵਾਂ ਨੇ? ਦੇਖੋ ਜੀ, ਜੇ ਤਾਂ ਚੰਗੇ ਉਮੀਦਵਾਰ ਦੇ ਦੇਣਗੇ, ਜਿਹੜੇ 86 ਉਮੀਦਵਾਰ ਦਿੱਤੇ ਆ ਹੁਣ ਤੱਕ, ਉਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ 80% ਟਿਕਟਾਂ ਜਿਹੜੀਆਂ ਉਹ ਠੀਕ ਦਿੱਤੀਆਂ ਗਈਆਂ, ਕਿਉਂਕਿ ਪੁਰਾਣੇ ਅਜ਼ਮਾਏ ਹੋਏ ਆ, ਜਿਹੜੇ ਜਿੱਤ ਦੇ ਕਰੀਬ ਆ, ਉਹਨਾਂ ਲੋਕਾਂ ਨੂੰ ਦਿੱਤੀਆਂ। ਲੇਕਿਨ ਜਿਹੜੀਆਂ ਹੁਣ 31 ਸੀਟਾਂ ਰਹਿ ਗਈਆਂ, ਕੱਲ੍ਹ ਨੂੰ ਕਾਗਜ਼ ਭਰਨ ਦੇ ਦਿਨ ਸ਼ੁਰੂ ਹੋਣ ਜਾ ਰਿਹਾ, ਨੋਮੀਨੇਸ਼ਨ ਜਿਹੜੇ ਆ ਉਹ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਆ। ਦੂਸਰੀਆਂ ਪਾਰਟੀਆਂ ਨੇ, ਅਕਾਲੀ ਦਲ ਨੇ ਔਰ ਆਮ ਆਦਮੀ ਪਾਰਟੀ ਨੇ 4-4 ਮਹੀਨੇ ਪਹਿਲਾਂ ਟਿਕਟਾਂ ਐਲਾਨ ਕਰਤੀਆਂ। ਆਮ ਆਦਮੀ ਪਾਰਟੀ ਨੇ ਥੋੜ੍ਹੀਆਂ ਲੇਟ ਕੀਤੀਆਂ, ਲੇਕਿਨ ਅਕਾਲੀ ਦਲ ਨੇ ਤਾਂ 4-5 ਮਹੀਨੇ ਹੋ ਗਏ, 2-2 ਵਾਰ ਉਹਨਾਂ ਨੇ ਪਿੰਡ ਕੱਢ ਦਿੱਤੇ ਆਪਦੇ। ਕਿਵੇਂ ਰਲੂਗਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿੱਥੇ 6-6 7-7 ਕੈਂਡੀਡੇਟ ਆ, ਆਪਸ ਵਿੱਚ ਦੀ ਕਸ਼ਮਕਸ਼ ਆ? ਉਹਨੇ ਪਹਿਲਾਂ ਆਪਦੇ ਨਾਲਦਿਆਂ ਨੂੰ ਮਨਾਉਣਾ ਅਤੇ ਕਿਵੇਂ ਹਰੇਕ ਨਾਲ ਅਪਰੋਚ ਕਰਨਗੇ? ਕਿਵੇਂ ਹਰ ਪਿੰਡ ਦੇ ਵਿੱਚ 213 ਦੇ ਕਰੀਬ ਇੱਥੇ ਜਿਹੜੇ ਹੈਗੇ ਆ ਆਪਣੇ ਪੋਲਿੰਗ ਬੂਥ ਆ, ਔਰ 70 ਦੇ ਕਰੀਬ ਪਿੰਡ ਹੋ ਗਏ, ਪੰਚਾਇਤਾਂ ਹੋ ਗਈਆਂ, 31 ਵਾਰਡ ਹੋ ਗਏ ਆ। ਹਰ ਇੱਕ ਬੰਦੇ ਨੂੰ ਕਿਵੇਂ ਅਪਰੋਚ ਹੋ ਜਾਊਗਾ 20 ਦਿਨਾਂ ਦੇ ਵਿੱਚ? ਕਾਗਜ਼ ਵੀ ਭਰਨੇ ਆ, 1 ਦਿਨ ਪਹਿਲਾਂ ਪ੍ਰਚਾਰ ਵੀ ਖਤਮ ਹੋ ਜਾਣਾ, ਪਿੰਡਾਂ ਝੋਲੇ ਵੰਡਣੇ, ਹੋਰ ਸਾਰਾ ਸਿਸਟਮ। 20 ਦਿਨਾਂ ਦੇ ਵਿੱਚ ਮੈਨੂੰ ਦੱਸੋ ਵੀ MLA ਦਾ ਇਲੈਕਸ਼ਨ ਲੜਿਆ ਜਾ ਸਕਦਾ? ਕਿਸਮਤ ਨਾਲ ਕੋਈ ਜਿੱਤੂਗਾ ਇਹਨਾਂ 31 'ਚੋਂ? ਅਜੀਤ ਦੇ ਮਾਧਿਅਮ ਰਾਹੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਪੰਜਾਬ ਵਾਸੀਆਂ ਨੂੰ, ਮੈਂ ਪੰਜਾਬ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਨਸ਼ਾ ਰਹਿਤ ਹੋ, ਜਿੱਥੇ ਜਿੱਥੇ ਤੁਸੀਂ ਆਪਦੇ ਧਰਮ ਨੂੰ ਮੰਨਦੇ ਹੋ ਉਹਨੂੰ ਵੀ ਮੰਨੋ, ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰੋ, ਅਤੇ ਖਾਸ ਕਰਕੇ ਜਿੰਨਾ ਤੁਸੀਂ ਆਪਦੇ ਧਰਮ ਨੂੰ ਪਿਆਰ ਕਰਦੇ ਹੋ ਉਨਾ ਹੀ ਆਪਦੇ ਮਾਂ-ਬਾਪ ਦੀ ਸੇਵਾ 'ਤੇ ਤੁਸੀਂ ਆਪਦਾ ਟਾਈਮ ਲਾਓ। ਇਹ ਦੁਨੀਆਦਾਰਾ, ਇਹ ਸਿਆਸਤਾਂ, ਇਹ ਬਿਜ਼ਨਸ, ਇਹ ਚੱਲਦੇ ਰਹਿਣਗੇ, ਲੇਕਿਨ ਮਾਪੇ ਕਦੇ ਨਹੀਂ ਮਿਲਣਗੇ। ਮੇਰੇ ਵੀ ਪਿਤਾ ਜੀ 7 ਮਹੀਨੇ ਪਹਿਲਾਂ ਗਏ ਆ, ਅੱਜ ਵੀ ਉਹਨਾਂ ਦੀਆਂ ਯਾਦਾਂ ਮੇਰੇ ਦਿਲ ਵਿੱਚ ਤਾਜ਼ਾ। ਇਹੀ ਕਹੂੰਗਾ ਕਿ ਮਾਂ-ਬਾਪ ਤੋਂ ਉੱਤੇ ਕੁਛ ਨਹੀਂ ਗਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜਗਜੀਤ ਸਿੰਘ ਹਣੀ ਫੱਤਣਵਾਲਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਵਾਨੀ ਨੂੰ ਬਚਾਉਣਾ ਸਰਕਾਰ ਨੇ, ਤਾਂ ਉਹ ਇੱਥੇ ਵਸੀਲੇ ਬਣਾਏ ਜਾਣ ਅਤੇ ਤਾਂ ਕਿ ਜੋ ਕਿ ਬੱਚੇ ਜੋ ਬਾਹਰ ਆਪਣੇ ਦੇਸ਼ ਤੋਂ ਬਾਹਰ ਜਾਂਦੇ ਉਹਨਾਂ ਨੂੰ ਨਾ ਜਾਣਾ ਪਵੇ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਭਵਿੱਖ ਲਈ ਚੰਗੇ ਕਦਮ ਉਠਾਉਣ। ਸ਼੍ਰੀ ਮੁਕਤਸਰ ਸਾਹਿਬ ਤੋਂ ਬਲਕਰਨ ਸਿੰਘ ਖਾਰਾ। ਆ ਲੈ, ਚੂਰੀ ਬੰਨ੍ਹ ਦਿੱਤੀ ਹੈ। ਗਰਮ ਗਰਮ ਰੋਟੀ ਤੇ ਦਾਲ ਲਈ ਬੰਤੇ ਨੂੰ ਦੁਪਹਿਰੇ ਘਰ ਭੇਜ ਦੇਵੀਂ। ਤੇ ਬੇਬੇ ਮੇਰੀ ਰੋਟੀ ਆ ਪਈ ਹੈ ਮੰਜੇ ਤੇ। ਠੀਕ ਹੈ। ਤੰਤੋ, ਹਾਂ, ਰੱਬ ਸਦਾ ਸਲਾਮਤ ਰੱਖੇ ਬਾਦਲ ਨੂੰ। ਸਸਤਾ ਆਟਾ ਤੇ ਦਾਲ ਦਵਾ ਕੇ ਸਾਨੂੰ ਗਰੀਬਾਂ ਨੂੰ
2 ਜੂਨ ਦੀ ਰੋਟੀ ਪੱਕੀ ਕਰ ਦਿੱਤੀ। ਆਟਾ ਦਾਲ ਸਕੀਮ ਨਾਲ ਅਸੀਂ ਭੁੱਖੇ ਨਹੀਂ ਸੋਏ ਕਦੇ। ਐਤਕੀ ਵੋਟ ਬਾਦਲ ਨੂੰ ਹੀ ਪਾਉਣੀ ਹੈ, ਗਲਤੀ ਨਾ ਕਰੀ ਇਸ ਵਾਰ। ਵੋਟ ਪਾਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।